ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਮੁਖੋ ਪਿਆਰਿਓ, ਪ੍ਰਚਾਰਕ ਚੇਤਨਾ ਸਥਾਨ ਦੇ ਸਾਰੇ ਗੁਰਮੁਖ ਵਿਦਵਾਨ ਸੱਜਣ, ਆਓ ਸ੍ਰੀ ਆਸਾ ਕੀ ਵਾਰ ਦੀ ਲੜੀਵਾਰ ਕਥਾ ਦੇ ਵਿੱਚੋਂ 22ਵੀਂ ਪੌੜੀ ਦੀ ਵਿਚਾਰ ਕਰੀਏ, ਜੋ ਦਾਸ ਦੀ ਸੇਵਾ ਲੱਗੀ ਹੈ। ਵਾਹਿਗੁਰੂ ਸਾਹਿਬ ਜੀ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਦਇਆ ਕਰੋ ਕਿਛ ਮੇਰ ਉਪਾਵੋ, ਡੁੱਬਦੇ ਪੱਥਰ ਤਾਰੇ। ਜੀਅੜਾ ਅਗਨ ਬਰਾਬਰ ਤਪੈ, ਭੀਤਰ ਵਗੈ ਕਾਤੀ। ਪ੍ਰਣਮਤ ਨਾਨਕ ਹੁਕਮ ਪਛਾਣੈ, ਸੁਖ ਹੋਵੈ ਦਿਨ ਰਾਤੀ। ਪੌੜੀ। ਚਾਕਰ ਲੱਗੈ ਚਾਕਰੀ, ਜੇ ਚੱਲੈ ਖਸਮੈ ਭਾਏ। ਹੁਰ ਮਤ ਤਿਸਨੂੰ ਅਗਲੀ, ਓਹ ਵਜਹੁ ਭੇਦੂਣਾ ਖਾਏ। ਖਸਮੈ ਕਰੈ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਵਜਹੁ ਗਵਾਏ ਅਗਲਾ, ਮੁਹੈ ਮੋਹ ਪਾਣਾ ਖਾਏ। ਜਿਸ ਦਾ ਦਿੱਤਾ ਖਾਵਣਾ, ਤਿਸ ਕਹੀਐ ਸਾਬਾਸ। ਨਾਨਕ ਹੁਕਮ ਨ ਚੱਲਈ, ਨਾਲ ਖਸਮ ਚੱਲੈ ਅਰਦਾਸ। ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੈ ਅਰਦਾਸ। ਪਰਮ ਸਨਮਾਨਯੋਗ ਗੁਰਮੁਖ ਪਿਆਰੇ ਵਿਦਵਾਨ ਸੱਜਣ ਜਨ ਅਤੇ ਸਾਧ ਸੰਗਤ ਜੀ, ਇਹ ਪਾਵਨ ਬਚਨ ਆਸਾ ਕੀ ਵਾਰ ਦੀ 22 ਪੌੜੀ ਦਾ, ਜੋ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਇੱਕ ਚਾਕਰ ਦਾ, ਚਾਕਰੀ ਕਰਨ ਵਾਲੇ ਦਾ ਪ੍ਰਮਾਣ ਦਿੱਤਾ ਅਤੇ ਪ੍ਰਮਾਣ ਦੇ ਕੇ ਸਮਝਾਇਆ ਹੈ ਕਿ ਜਿਹੜਾ ਵਾਹਿਗੁਰੂ ਦੇ ਦਰ ਦਾ ਸੇਵਕ ਹੈ, ਚਾਕਰ ਹੈ, ਨੌਕਰ ਹੈ, ਉਸ ਨੂੰ ਕਿਸ ਢੰਗ ਦੇ ਨਾਲ ਗੁਰੂ ਦੇ ਦਰ 'ਤੇ ਗੁਰੂ ਦੀ ਚਾਕਰੀ, ਵਾਹਿਗੁਰੂ ਦੀ ਚਾਕਰੀ ਕਰਦਿਆਂ ਆਪਣੇ ਜੀਵਨ ਨੂੰ ਕਿਵੇਂ ਸਵਾਰਿਆ ਜਾ ਸਕਦਾ ਹੈ, ਜਾਂ ਆਪਣੇ ਜੀਵਨ ਵਿੱਚ ਸਫਲ ਹੋਣਾ ਹੈ। ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇੱਕ ਪ੍ਰਮਾਣ ਦੇ ਰਹੇ ਨੇ ਕਿ ਜਿਸ ਤਰ੍ਹਾਂ ਇੱਕ ਨੌਕਰ ਮਾਲਕ ਦੇ ਅੱਗੇ, ਮਾਲਕ ਦੇ ਅਦਬ ਦੇ ਵਿੱਚ ਖਲੋਂਦਾ, ਉਸਦੇ ਹੁਕਮ ਨੂੰ ਮੰਨਦਾ ਹੈ। ਚਾਕਰ ਤੇ ਚਾਕਰੀ ਬਾਰੇ ਗੁਰਦੇਵ ਬੜੇ ਸਪਸ਼ਟ ਵਿਚਾਰਾਂ ਵਿੱਚ ਦੱਸਦੇ ਨੇ ਕਿ ਜਿਹੜਾ ਚਾਕਰ ਆਪਣੇ ਮਾਲਕ ਦੀ ਖਸਮ ਦੀ ਚਾਕਰੀ ਕਰਦਾ ਹੈ, ਪਰ ਨਾਲ ਨਾਲ ਹੰਕਾਰ ਭਰੀਆਂ ਗੱਲਾਂ ਵੀ ਕਰੀ ਜਾਏ, ਕੰਮ ਘੱਟ ਤੇ ਗੱਲਾਂ ਬਹੁਤੀਆਂ ਕਰਦਾ ਹੈ, ਕੰਮ ਵੱਲ ਬਹੁਤਾ ਚਿੱਤ ਨਹੀਂ, ਤੇ ਅਜਿਹਾ ਚਾਕਰ ਖਸਮ ਦੇ ਪਿਆਰ ਦਾ ਰਸ, ਮਾਣ ਸਨਮਾਨ ਨਹੀਂ ਮਾਣ ਸਕਦਾ। ਜਿਹੜਾ ਚਾਕਰ ਆਪਣੇ ਖਸਮ ਦੀ ਬਰਾਬਰੀ ਕਰੇ, ਭਾਵ ਸਲਾਮ ਜਵਾਬ ਦੋਵੇਂ ਕਰੇ, ਮੁੱਢੋਂ ਕੁੱਥਾ ਜਾਏ। ਨਾਨਕ ਦੋਵੇਂ ਕੂੜੀਆਂ ਥਾਏ ਨਾ ਕਾਈ ਪਾਏ। ਸਲਾਮ ਵੀ ਕਰਦਾ ਤੇ ਹੁਕਮ ਮੰਨਣ ਵੇਲੇ ਅੱਗੋਂ ਜਵਾਬ ਵੀ ਦਿੰਦਾ, ਨਾ ਨੁੱਕਰ ਵੀ ਕਰਦਾ। ਮਹਾਰਾਜ ਕਹਿੰਦੇ ਐਸਾ ਨਹੀਂ ਕਾਮਯਾਬ ਹੋ ਸਕਦਾ। ਆਪ ਗਵਾਏ ਸੇਵਾ ਕਰੇ,
ਤਾਂ ਕਿਛ ਪਾਏ ਮਾਨ, ਨਾਨਕ ਜਿਸ ਨੂੰ ਲੱਗਾ ਤਿਸ ਵੇਲੇ ਲੱਗਾ ਸੋ ਪ੍ਰਵਾਨ। ਤੋ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਪ੍ਰਮਾਣ ਦਿੱਤਾ ਹੈ ਕਿ ਸੰਸਾਰ ਵਿੱਚ ਕਈ ਪ੍ਰਕਾਰ ਦੀਆਂ ਨੌਕਰੀਆਂ ਨੇ, ਲੋਕ ਨੌਕਰੀ ਕਰਦੇ ਨੇ। ਉਹ ਨੌਕਰ ਜਿਸ ਨਾਲ ਧਰਮੀ ਪੁਰਸ਼ ਦਾ ਧਰਮ ਜਾਂਦਾ ਰਹੇ, ਗੁਰਸਿੱਖ ਲਈ ਕਰਨੀ ਉਹ ਯੋਗ ਨਹੀਂ, ਕਿਉਂਕਿ ਅਜਿਹੀ ਚਾਕਰੀ ਨਾਲ ਰੱਬੀ ਦਰਗਾਹ ਵਿੱਚ ਟਿਕਾਣਾ ਨਹੀਂ ਮਿਲਦਾ। ਗੁਰਬਾਣੀ ਵਿੱਚ ਅਜਿਹੀ ਨੌਕਰੀ ਨੂੰ ਦੁਖਦਾਈ ਆਖਿਆ ਗਿਆ। ਅਬੇ ਤਬੇ ਕੀ ਚਾਕਰੀ, ਕਿਉਂ ਦਰਗਾਹ ਪਾਵੈ, ਪੱਥਰ ਕੀ ਬੇੜੀ ਜੇ ਚੜੇ ਪਰ ਨਾਲ ਬੁਢਾਵਾ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਕਿ ਹੋਰ ਵਡਾਣੀ ਚਾਕਰੀ, ਭਾਵ ਕਿ ਇੱਕ ਸੱਚੇ ਗੁਰੂ ਦੀ, ਪਰਮੇਸ਼ਰ ਦੀ ਬੰਦਗੀ ਦੀ, ਹੁਕਮ ਮੰਨਣ ਦੀ ਜਿਹੜੀ ਚਾਕਰੀ ਹੈ, ਉਹਨੂੰ ਛੱਡ ਕੇ ਹੋਰ ਚਾਕਰੀਆਂ ਨੂੰ ਅਹਿਮੀਅਤ ਦੇਣੀ। ਹੋਰ ਵਡਾਣੀ ਚਾਕਰੀ ਧ੍ਰਿਗ ਜੀਵਨ ਧ੍ਰਿਗ ਵਾਸ, ਅੰਮ੍ਰਿਤ ਛੋੜ ਬਿਖ ਲੱਗੇ ਬਿਖ ਕਟਣਾ ਬਿਖ ਰਾਸ, ਬਿਖ ਖਾਣਾ ਬਿਖ ਪਹਿਨਣਾ ਬਿਖ ਕੇ ਮੁਖ ਗਰਾਸ, ਇੱਥੇ ਦੁੱਖੋ ਦੁੱਖ ਮਾਵਣਾ ਮੋਇਆ ਨਰਕ ਨਿਵਾਸ। ਸਾਹਿਬ ਕਹਿੰਦੇ ਫਿਰ ਚਾਕਰੀ ਕਿਹਦੀ ਕੀਤੀ ਜਾਏ ਜਿਹਦੇ ਨਾਲ ਇਹ ਜੀਵਨ ਸਫਲਾ ਹੁੰਦਾ ਹੈ। ਤਾਂ ਸਾਹਿਬ ਦੇ ਬਚਨ ਨੇ ਇਹ ਸਾਨੂੰ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਹੈ, ਅਤੇ ਸੇਵਾ ਕਰਦਿਆਂ ਚੇਤੇ ਰੱਖਣਾ ਚਾਹੀਦਾ ਕਿ ਅਸੀਂ ਉਸ ਜਾਗਤ ਜੋਤ ਦੇ ਉਪਾਸ਼ਕ ਹਾਂ। ਇਹਨਾਂ ਦੇਵੀ ਦੇਵਤਿਆਂ ਦੀ ਚਾਕਰੀ, ਪੀਰਾਂ ਪੈਗੰਬਰਾਂ ਦੀ ਚਾਕਰੀ, ਇਹ ਸਭ ਸੰਸਾਰੀ ਜੀਵਾਂ ਨੂੰ ਮਾਇਆ ਦੇ ਮੋਹ ਦੇ ਭਰਮ ਵਿੱਚ ਪਾਉਣ ਵਿੱਚ ਲੱਗੇ ਹੋਏ ਨੇ। ਤਾਂ ਸਾਹਿਬ ਕਹਿੰਦੇ ਹਰ ਕੀ ਤੁਮ ਸੇਵਾ ਕਰੋ, ਦੂਜੀ ਸੇਵਾ ਕਰੋ ਨਾ ਕੋਈ ਜੀ। ਹਰ ਕੀ ਸੇਵਾ ਤੇ ਮਨੋਂ ਚੰਦਿਆ ਫਲ ਪਾਈਐ, ਦੂਜੀ ਸੇਵਾ ਜਨਮ ਬਿਰਥਾ ਜਾਏ ਜੀ। ਤਾਂ ਸਾਹਿਬ ਪਾਤਸ਼ਾਹ ਮਹਾਰਾਜ ਨੇ ਪਾਵਨ ਗੁਰਬਾਣੀ ਵਿੱਚ ਜ਼ਿਕਰ ਕੀਤਾ ਹੈ ਕਿ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੇ ਭਾਏ। ਜੋ ਨੌਕਰ, ਜੋ ਸੇਵਕ ਆਪਣੇ ਮਾਲਕ ਦੀ ਮਰਜ਼ੀ ਦੇ ਅਨੁਸਾਰ ਚੱਲਦਾ ਹੈ, ਮਾਲਕ ਦੇ ਹੁਕਮ ਨੂੰ ਮੰਨਦਾ ਹੈ, ਮਾਲਕ ਦੇ ਹੁਕਮ ਵਿੱਚ ਤੁਰਦਾ ਹੈ, ਤਾਂ ਉਹ ਮਨੁੱਖ ਮਾਲਕ ਦੀ ਚਾਕਰੀ ਕਰ ਰਿਹਾ, ਨੌਕਰੀ ਕਰ ਰਿਹਾ, ਮਾਲਕ ਦੇ ਪ੍ਰੇਮ ਦੇ ਵਿੱਚ ਚੱਲ ਰਿਹਾ ਹੈ। ਹੁਰਮਤ ਤਿਸ ਨੂੰ ਅਗਲੀ, ਉਹ ਵਜੋਂ ਭੇਦੂਣਾ ਖਾਏ। ਹੁਰਮਤ ਫਾਰਸੀ ਦਾ ਸ਼ਬਦ ਹੈ। ਹੁਰਮਤ ਕਹਿੰਦੇ ਨੇ ਇੱਜ਼ਤ ਨੂੰ, ਅਗਲੀ ਬਹੁਤੀ। ਫਿਰ ਉਹ ਮਾਲਕ ਆਪਣੇ ਸੇਵਕ ਨੂੰ ਮਾਣ ਸਨਮਾਨ ਦਿੰਦਾ, ਉਹਦੀ ਹੋਰ ਇੱਜ਼ਤ ਵੀ ਕਰਨ ਲੱਗ ਜਾਂਦਾ, ਉਸਨੂੰ ਹੋਰ ਮਾਲਕ ਦੇ ਦਰ 'ਤੇ ਇੱਜ਼ਤ ਮਿਲਣ ਲੱਗ ਜਾਂਦੀ ਹੈ। ਹੁਰਮਤ ਇਸ ਨੂੰ ਅਗਲੀ, ਉਹ ਵਜੋਂ ਭੇਦੂਣਾ ਖਾਏ। ਵਜੋਂ ਕਹਿੰਦੇ ਵਜੀਫਾ, ਤਨਖਾਹ, ਫਾਰਸੀ ਦਾ ਸ਼ਬਦ ਹੈ ਵਜੋਂ। ਫਿਰ ਮਾਲਕ ਉਹਦੀ ਤਨਖਾਹ ਵੀ ਦੂਣੀ ਕਰ ਦਿੰਦਾ ਹੈ। ਉਸਦੇ ਕੰਮਾਂ ਨੂੰ, ਉਸਦੇ ਮਾਨ ਸਨਮਾਨ ਨੂੰ ਦੇਖ ਕੇ ਹੁਰਮਤ ਇਸ ਨੂੰ ਅਗਲੀ, ਉਹਦੀ ਇੱਜ਼ਤ ਵੀ ਬਹੁਤ ਹੁੰਦੀ ਹੈ, ਉਹਦੀ ਤਨਖਾਹ ਵਿੱਚ ਵੀ ਬਹੁਤ ਸਾਰਾ ਵਾਧਾ ਕਰ ਦਿੰਦਾ ਹੈ। ਪਰ ਸਾਹਿਬ ਕਹਿੰਦੇ ਨੇ ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਪਰ ਜੇ ਸੇਵਕ ਮਾਲਕ ਦੀ ਬਰਾਬਰੀ ਕਰੇ, ਭਾਵ ਕਿ ਮਾਲਕ ਨਾਲ ਸਾਵਾਂ ਬਹਿਣ ਦਾ ਯਤਨ ਕਰੇ, ਬੋਲਣ ਦਾ ਯਤਨ ਕਰੇ, ਅਤੇ ਉਹਨੂੰ ਫਿਰ ਗੈਰਤ ਅੰਦਰ ਪਾਏ।
ਯਾਦ ਰੱਖਣ ਫਿਰ ਉਸ ਨੂੰ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ, ਉਹਦੀ ਇੱਜ਼ਤ ਵੀ ਜਾਂਦੀ ਰਹਿੰਦੀ ਹੈ, ਉਹਦਾ ਮਾਣ ਸਨਮਾਨ ਵੀ ਜਾਂਦਾ ਰਹਿੰਦਾ ਹੈ। ਵਜੋਂ ਗਵਾਏ ਅਗਲਾ ਮੂੰਹੇ ਮੂੰਹ ਪਾਣਾ ਖਾਏ, ਵਜੋਂ ਵਜੀਫਾ ਤਨਖਾਹ, ਉਹ ਆਪਣੀ ਤਰੱਕੀ ਵੀ ਗਵਾ ਬੈਠਾ, ਤਨਖਾਹ ਵੀ ਗਵਾ ਬੈਠਦਾ। ਅਤੇ ਇਸ ਢੰਗ ਨਾਲ ਪਹਿਲੀ ਤਨਖਾਹ ਵੀ ਗਵਾ ਲੈਣ ਦੇ ਕਾਰਨ ਉਸ ਦੀ ਹੇਠੀ ਹੁੰਦੀ ਹੈ ਕਿ ਸਦਾ ਉਹਦੇ ਮੂੰਹ 'ਤੇ ਪਾਣਾ ਜੁੱਤੀਆਂ ਪੈਂਦੀਆਂ ਨੇ, ਬਦਨਾਮੀ ਹੁੰਦੀ ਹੈ, ਜੁੱਤੀਆਂ ਖਾਂਦਾ। ਜਿਸ ਦਾ ਦਿੱਤਾ ਖਾਵਣ ਤਿਸ ਕਹੀਏ ਸਾਬਾਸ, ਜਿਸ ਮਾਲਕ ਦਾ ਦਿੱਤਾ ਖਾਈਏ, ਖਾਣਾ ਕਰੀਏ, ਗੁਣ ਵੀ ਉਹਦੇ ਗਾਉਣੇ ਚਾਹੀਦੇ ਨੇ। ਇਹ ਨਹੀਂ ਕਿ ਦਿੰਦਾ ਤੇ ਅਕਾਲ ਪੁਰਖ ਹੈ, ਕੁਦਰਤ ਕਰਕੇ ਵਸਿਆ ਸੋਏ। ਅਸੀਂ ਕਰਤੇ ਦੇ ਗੁਣ ਨਹੀਂ ਗਾਉਂਦੇ, ਗੁਣ ਗਾਉਣੇ ਆ ਮਰੇ ਹੋਏ ਸਾਧਾਂ ਦੇ, ਕਬਰਾਂ ਵਿੱਚ ਪਏ ਹੋਏ ਲੋਕਾਂ ਦੇ। ਇਸ ਵਾਸਤੇ ਮਹਾਰਾਜ ਕਹਿੰਦੇ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸਬਾਸ। ਸਬਾ ਦਾ ਅਰਥ ਹੈ ਗੁਣ ਗਾਉਣੇ, ਵਡਿਆਈ ਕਰਨੀ। ਫਿਰ ਸਾਨੂੰ ਵਡਿਆਈ ਵੀ ਤਾਂ ਉਹਦੀ ਕਰਨੀ ਚਾਹੀਦੀ ਹੈ ਕਿ ਜਿਹਦੀਆਂ ਦਿੱਤੀਆਂ ਹੋਈਆਂ ਦਾਤਾਂ ਅਸੀਂ ਵਰਤਦੇ ਹਾਂ, ਖਾਂਦੇ ਹਾਂ। ਨਾਨਕ ਹੁਕਮ ਨਾ ਚੱਲਈ, ਨਾਲ ਖਸਮ ਚੱਲੇ ਅਰਦਾਸ। ਤਾਂ ਸਾਹਿਬ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਹੇ ਨਾਨਕ, ਜਿਹੜਾ ਮਾਲਕ ਹੈ, ਮਾਲਕ ਦੇ ਉੱਤੇ ਨੌਕਰ ਦਾ ਹੁਕਮ ਨਹੀਂ ਚੱਲ ਸਕਦਾ। ਮਾਲਕ ਦੇ ਉੱਤੇ ਨੌਕਰ ਹੁਕਮ ਕਰਦਾ ਫੱਬਦਾ ਵੀ ਨਹੀਂ। ਉਹ ਤਾਂ ਆਪਣੇ ਮਾਲਕ ਦੇ ਅੱਗੇ ਅਰਜ਼ ਕਰ ਸਕਦਾ ਹੈ, ਅਰਦਾਸ ਕਰ ਸਕਦਾ ਹੈ। ਇਹ ਕਰਨੀ ਉਸ ਦੀ ਬਣਦੀ ਹੈ ਅਤੇ ਫੱਬਦੀ ਵੀ ਹੈ। ਜੇ ਮਾਲਕ ਦੇ ਅੱਗੇ ਉਹ ਸਾਵਾਂ ਬੋਲਦਾ ਹੈ ਤਾਂ ਯਾਦ ਰੱਖਣਾ ਉਹ ਆਪਣੀ ਇੱਜ਼ਤ ਵੀ ਗਵਾ ਕੇ ਜਗਤ ਵਿੱਚੋਂ ਚਲਿਆ ਜਾਂਦਾ ਹੈ। ਇਸ ਵਾਸਤੇ ਮਹਾਰਾਜ ਪਾਤਸ਼ਾਹ ਕਹਿੰਦੇ ਜਿਹੜਾ ਨੌਕਰ ਮਾਲਕ ਦੀ ਨੌਕਰੀ ਵਿੱਚ ਲੱਗੇ, ਜੇ ਉਹ ਮਾਲਕ ਦੀ ਮਰਜ਼ੀ ਵਿੱਚ ਚੱਲੇ ਤਾਂ ਉਹਨੂੰ ਬਹੁਤੀ ਇੱਜ਼ਤ ਮਿਲਦੀ ਹੈ। ਉਹ ਮਾਲਕ ਪਾਸੋਂ ਤਨਖਾਹ ਵੀ ਦੂਣੀ ਲੈ ਕੇ ਖਾਂਦਾ ਹੈ। ਪਰ ਜੇ ਇਹ ਮਾਲਕ ਦੀ ਬਰਾਬਰੀ ਕਰੇ, ਆਕੜ ਆਕੜ ਕੇ ਸਾਹਮਣੇ ਉਤਰ ਦੇਵੇ, ਅਤੇ ਫਿਰ ਇਹਨੂੰ ਸ਼ਰਮਿੰਦਗੀ ਉਠਾਉਣੀ ਪੈਂਦੀ ਹੈ। ਅਜਿਹਾ ਮਨੁੱਖ ਆਪਣਾ ਪਹਿਲਾ ਮਾਨ, ਰੁਤਬਾ ਅਤੇ ਸਰਮਾਇਆ ਵੀ ਗਵਾ ਬੈਠਦਾ ਹੈ। ਉਲਟਾ ਉਹਦੇ ਮੂੰਹ ਦੇ ਉੱਤੇ ਤੇ ਮਾਲਕ ਵੱਲੋਂ ਜੁੱਤੀਆਂ ਪੈਂਦੀਆਂ ਨੇ। ਇਸੇ ਤਰ੍ਹਾਂ ਹੀ ਭਾਈ ਗੁਰੂ ਨਾਨਕ ਪਾਤਸ਼ਾਹ ਸਮਝਾਉਂਦੇ ਨੇ ਕਿ ਵਾਹਿਗੁਰੂ ਸਾਡਾ ਮਾਲਕ ਹੈ, ਉਹੀ ਸਭ ਨੂੰ ਦਾਤਾਂ ਦੇਣ ਵਾਲਾ ਹੈ, ਅਤੇ ਵਾਹਿਗੁਰੂ ਦਾ ਦਿੱਤਾ ਹੋਇਆ ਪਦਾਰਥ ਅਸੀਂ ਖਾਂਦੇ ਹਾਂ। ਉਸ ਦੇ ਸਾਨੂੰ ਗੁਣ ਗਾਉਣੇ ਚਾਹੀਦੇ ਨੇ, ਉਹਦੀ ਹੀ ਸਿਫਤ ਸਲਾਹ ਕਰਨੀ ਚਾਹੀਦੀ ਹੈ। ਇਸ ਵਾਸਤੇ ਉਸ ਮਾਲਕ ਦੇ ਅੱਗੇ ਸਾਡਾ ਕੋਈ ਹੁਕਮ ਨਹੀਂ ਚੱਲ ਸਕਦਾ। ਉਸ ਵਾਹਿਗੁਰੂ ਨਾਲ, ਖਸਮ ਨਾਲ ਉਸ ਅੱਗੇ ਦੀ ਨਿਮਰਤਾ ਦੀ ਅਰਦਾਸ ਹੀ ਕੀਤੀ ਜਾ ਸਕਦੀ ਹੈ। ਔਰ ਇਸ ਤੋਂ ਜ਼ਿਆਦਾ ਜੇ ਮਨੁੱਖ ਕੁਛ ਕਰਨ ਦੀ ਕੋਸ਼ਿਸ਼ ਕਰੇ ਤਾਂ ਉਹ ਬਿਲਕੁਲ ਗਲਤ ਹੋਵੇਗਾ। ਇਸ ਲਈ ਸਤਿਗੁਰੂ ਨੇ ਸ਼ਬਦ ਵਿੱਚ ਸ਼ਬਦ ਚਾਕਰ ਵਰਤਿਆ ਹੈ। ਗੁਰਬਾਣੀ ਵਿੱਚ ਚਾਕਰ ਦੇ ਸੰਬੰਧ ਵਿੱਚ ਸ਼ਬਦ ਸੇਵਕ ਵੀ ਆਉਂਦਾ ਹੈ। ਤਾਂ ਮਹਾਰਾਜ ਕਹਿੰਦੇ ਸੋ ਸੇਵਕ ਹਰ ਆਖੀਐ, ਜੋ ਹਰ ਰਾਖੇ ਔਰ ਧਾਰ, ਮਨ ਤਨ ਸੌਂਪੇ ਆਗੇ ਧਰੇ, ਹਉਮੈ ਵਿੱਚੋਂ ਮਾਰ। ਧੰਨ ਗੁਰਮੁਖ ਸੋ ਪ੍ਰਵਾਨ ਹੈ, ਜੇ ਕਦੇ ਨ ਆਵੇ ਹਾਰ। ਨਾਨਕ ਸਾਹਿਬ ਕਹਿੰਦੇ ਨਾਨਕ ਸੇਵਕ ਸੋਈ ਆਖੀਏ, ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਭਾਣਾ ਮੰਨ ਲੈ, ਸ਼ਬਦ ਰੱਖੇ ਔਰ ਧਾਰ। ਇਸ ਲਈ ਸਾਹਿਬ ਗੁਰੂ ਅਰਜਨ ਦੇਵ ਦੇ ਬਚਨ ਨੇ, ਗੁਰ ਕੇ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ, ਆਪਸ ਕੋ ਕਰ ਕਛੁ ਨ ਜਨਾਵੇ, ਹਰ ਹਰ ਨਾਮ ਰਿਧਿ ਸਤਿ ਧਿਆਵੈ। ਮਨ ਵੇਚੈ ਸਤਿਗੁਰ ਕੇ ਪਾਤ, ਤਿਸ ਸੇਵਕ ਕੇ ਕਾਰਜ ਰਾਸ। ਸੇਵਾ ਕਰਤ ਹੋਏ ਨਿਹਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ। ਆਪਣੀ ਕਿਰਪਾ ਜਿਸ ਆਪ ਕਰੇ ਨਾਨਕ, ਸੋ ਸੇਵਕ ਗੁਰ ਕੀ ਮਤ ਲੈ। ਸੋ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਆਸਾ ਕੀ ਵਾਰ ਦੀ 22 ਪੌੜੀ ਵਿੱਚ ਇੱਕ ਪ੍ਰਮਾਣ ਦੇ ਕੇ ਸਮਝਾਇਆ ਹੈ
ਕਿ ਜਿਸ ਤਰ੍ਹਾਂ ਚਾਕਰ ਸੇਵਕ ਨੌਕਰੀ ਕਰਦਾ ਹੈ ਅਤੇ ਮਾਲਕ ਉਹਦੇ 'ਤੇ ਤਾਂ ਹੀ ਖੁਸ਼ ਹੁੰਦਾ ਹੈ ਜੇ ਮਾਲਕ ਦੀ ਆਗਿਆ ਦੇ ਵਿੱਚ ਚੱਲਦਾ ਹੈ, ਮਾਲਕ ਨੂੰ ਖੁਸ਼ ਰੱਖਦਾ ਹੈ, ਮਾਲਕ ਉਸ ਦਾ ਮਾਣ ਸਨਮਾਨ ਰੁਤਬਾ ਤਨਖਾਹ ਵਧਾ ਦਿੰਦਾ ਹੈ। ਇਸੇ ਤਰ੍ਹਾਂ ਹੀ ਭਾਈ ਜਿਹੜਾ ਮਨੁੱਖ ਵਾਹਿਗੁਰੂ ਪਰਮਾਤਮਾ ਦਾ ਚਾਕਰ ਬਣਦਾ ਹੈ, ਉਹਦੇ ਹੁਕਮ ਦੀ ਚਾਕਰੀ ਕਰਦਾ ਹੈ ਅਤੇ ਜਗਤ ਵਿੱਚ ਉਹਦਾ ਮਾਣ ਸਨਮਾਨ ਅਤੇ ਆਤਮਿਕ ਸਰਮਾਇਆ ਪਰਮਾਤਮਾ ਇੰਨਾ ਬਖਸ਼ ਦਿੰਦਾ ਹੈ ਕਿ ਜਿਹੜਾ ਕਦੇ ਮੁੱਕਣ ਦੇ ਵਿੱਚ ਹੀ ਨਹੀਂ ਆਉਂਦਾ। ਪਰ ਜੇ ਇਹ ਆਖੇ ਕਿ ਥੋੜ੍ਹੀ ਜਿਹੀ ਦੌਲਤ ਪਾ ਲਈ, ਸ਼ੋਹਰਤ ਮਿਲ ਗਈ, ਆਖੇ ਮੈਂ ਹੀ ਰੱਬ ਬਣ ਗਿਆ, ਅਤੇ ਸਾਹਿਬ ਕਹਿੰਦੇ ਫਿਰ ਸਾਰਾ ਸਰਮਾਇਆ ਵੀ ਰੱਬ ਖੋਹ ਲੈਂਦਾ ਹੈ ਅਤੇ ਆਖਰ ਉਸ ਨੂੰ ਦੋਵਾਂ ਜਹਾਨਾਂ ਦੇ ਵਿੱਚ ਲੋਕ ਪਰਲੋਕ ਵਿੱਚ, ਲੋਕ ਵਿੱਚ ਜੁੱਤੀਆਂ ਪੈਂਦੀਆਂ ਨੇ, ਬਦਨਾਮੀ ਹੁੰਦੀ, ਅਤੇ ਪਰਲੋਕ ਵਿੱਚ ਵੀ ਉਸ ਨੂੰ ਜੁੱਤੀਆਂ ਦੀ ਮਾਰੀ ਚੱਲਣੀ ਪੈਂਦੀ। ਸੋ ਸਤਿਗੁਰੂ ਜੀ ਰਹਿਮਤ ਕਰਨ। ਇਹ ਪਾਵਨ ਵਿਚਾਰਾ ਕਰਦਿਆਂ ਦਾਸਰੇ ਦੇ ਕੋਲੋਂ ਬਹੁਤ ਸਾਰੀਆਂ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰਮੁਖ ਵਿਦਵਾਨ ਬਹੁਤ ਹੀ ਸੂਝਵਾਨ ਸੱਜਣ ਹਨ। ਮੇਰੀਆਂ ਭੁੱਲਾਂ ਨਾ ਚਿਤਾਰਨੀਆਂ, ਭੁੱਲਾਂ ਚੁੱਕਾਂ ਦੀ ਖਿਮਾ ਕਰ ਦੇਣਾ। ਸਾਰੇ ਗੁਰਮੁਖ ਜਨ ਵਿਦਵਾਨਾਂ ਦਾ ਬਹੁਤ ਬਹੁਤ ਧੰਨਵਾਦ। ਧੰਨਵਾਦ ਹੈ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਜਿਨ੍ਹਾਂ ਨੇ ਮੌਕਾ ਦਿੱਤਾ ਹੈ ਵਿਚਾਰ ਕਰਨ ਦਾ। ਸੋ ਇੱਥੇ ਹੀ ਮੈਂ ਸਮਾਪਤੀ ਕਰਦਾ। ਫਤਿਹ ਦੀ ਸਾਂਝ ਪਾਓ। ਦਾਸ ਮਨਜੀਤ ਸਿੰਘ, ਗੁਰੂ ਕੀ ਵਡਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।